Hello, good morning. Today we will discuss our subject Science, class 7 and pending chapter. So please open the page number 90 and our topic is adaptations. वैसे बच्चा 5th 6th क्लास ਦੇ ਵਿੱਚ ਵੀ ਪੜ੍ਹ ਕੇ ਅਡੈਪਟੇਸ਼ਨ ਕੀ ਹੁੰਦੀਆਂ ਨੇ ਆਈ ਥਿੰਕ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ। ਚਲੋ ਦੇਖਦੇ ਹਾਂ। ਨਾਓ ਵੀ ਨੋ ਡੈਟ ਦਾ ਕਲਾਈਮੇਟ ਵੇਰੀਜ਼ ਗ੍ਰੇਟਲੀ ਫਰੋਮ ਪਲੇਸ ਟੂ ਪਲੇਸ। ਹੁਣ ਜਿੰਨਾ ਮੈਂ ਪਿੱਛੇ ਪੜ੍ਹ ਲਿਆ ਆਪਾਂ ਨੂੰ ਪਤਾ ਲੱਗ ਗਿਆ ਕਿ ਜਿਹੜਾ ਕਲਾਈਮੇਟ ਹੈ ਮੌਸਮ ਦਾ ਬਦਲਾਅ ਹੁੰਦਾ ਰਹਿੰਦਾ ਉਹ ਇੱਕ ਥਾਂ ਤੋਂ ਦੂਜੀ ਥਾਂ ਤੱਕ ਹੁੰਦਾ ਰਹਿੰਦਾ। ਜਿਵੇਂ ਰਾਜਸਥਾਨ ਕੁਛ ਹੋਰ ਹੁੰਦਾ, ਜੰਮੂ ਕਸ਼ਮੀਰ ਕੁਛ ਹੋਰ ਹੁੰਦਾ। ਠੀਕ ਹੈ। ਕਲਾਈਮੇਟ ਹੈਜ਼ ਪ੍ਰੋਫਾਊਂਡ ਇਫੈਕਟ ਔਨ ਦਾ ਲਿਵਿੰਗ ਔਰਗਨਿਜ਼ਮ। ਹਾਂ ਆਪਾਂ ਨੂੰ ਇਹ ਵੀ ਪਤਾ ਕਿ ਮੌਸਮ ਦੇ ਬਦਲਾਵ ਨਾਲ ਆਪਣੇ ਵਰਗੇ ਲਿਵਿੰਗ ਔਰਗਨਿਜ਼ਮ 'ਤੇ ਕਾਫੀ ਜ਼ਿਆਦਾ ਇਫੈਕਟ ਹੁੰਦਾ, ਪਰਫੋਰਮ ਕਰਦੇ ਨੇ ਆਪਣੇ ਉੱਪਰ ਇਹ ਇਫੈਕਟ। ਬੋਥ ਪਲਾਂਟਸ ਐਂਡ ਐਨੀਮਲਸ ਆਰ ਵੈਲ ਅਡਾਪਟਡ ਟੂ ਕਲਾਈਮੇਟ ਦੇ ਲਿਵ ਇਨ। ਕਹਿੰਦੇ ਇਸ ਕਰਕੇ ਜਿਹੜੇ ਏਰੀਏ ਦੇ ਵਿੱਚ ਪਲਾਂਟ ਦੇ ਪੌਦੇ ਰਹਿੰਦੇ ਨੇ ਉਹ ਉਸ ਏਰੀਏ ਦੇ ਕਲਾਈਮੇਟ ਨੂੰ ਵੈਲ ਅਡਾਪਟਡ ਮਤਲਬ ਕਿ ਚੰਗੀ ਤਰ੍ਹਾਂ ਕੀ ਆ ਉਸ ਦੇ ਵਿੱਚ ਰਚ ਜਾਂਦੇ ਨੇ, ਉਸ ਮੌਸਮ ਦੇ ਵਿੱਚ ਕੀ ਆ ਰਚ ਜਾਂਦੇ ਨੇ। ਨੈਕਸਟ ਦੇਖੋ development of certain habits and features in animals over a time to live successfully in a species in a specific climate is called adaptation। ਕਹਿੰਦੇ ਕਿਸੇ ਵੀ ਜਾਨਵਰ ਦੇ ਵਿੱਚ ਜਾਂ ਕਿਸੇ ਵੀ ਜੀਵ ਦੇ ਵਿੱਚ ਕਿਸੇ ਤਰ੍ਹਾਂ ਦੀਆਂ ਖਾਸ ਆਦਤਾਂ ਕਿਸੇ ਤਰ੍ਹਾਂ ਦੀਆਂ ਖਾਸ ਆਦਤਾਂ ਜਾਂ ਵਿਸ਼ੇਸ਼ਤਾਵਾਂ ਪੈਦਾ ਹੋਣ ਉਹ ਵੀ ਮਤਲਬ ਕਾਫੀ ਲੰਬੇ ਟਾਈਮ ਤੋਂ ਤਾਂ ਜੋ ਕਿ ਆਪਦੇ ਆਪ ਨੂੰ ਉਸ ਮੌਸਮ ਦੇ ਵਿੱਚ ਢਾਲ ਸਕੇ। ਉਸ ਚੀਜ਼ ਵਿੱਚ ਅਡਾਪਟੇਸ਼ਨ ਦਾ ਨਾਮ ਦਿੱਤਾ। ਇੱਥੇ ਕੁਛ ਨਹੀਂ ਹੈਗਾ ਇਸ ਲਾਈਨ ਦੇ ਵਿੱਚ। ਅਡਾਪਟੇਸ਼ਨ ਇਨ ਐਨੀਮਲਸ ਆਫ ਪੋਲਰ ਰੀਜਨ। ਕਹਿੰਦੇ ਜੋ ਪੋਲਰ ਰੀਜਨ ਦੇ ਵਿੱਚ ਰਹਿੰਦੇ ਨੇ ਐਨੀਮਲਸ ਉਹਨਾਂ ਦੀ ਅਡਾਪਟੇਸ਼ਨ ਬਾਰੇ ਪੜ੍ਹਦੇ ਹਾਂ। ਪੋਲਰ ਰੀਜਨ ਕਿਹੜੇ ਕਿਹੜੇ ਜਿਹੜੇ ਨਾਰਥ ਅਤੇ ਸਾਊਥ ਪੋਲਸ ਹੁੰਦੇ ਨੇ। ਰਿਮੇਨਸ ਕਵਰਡ ਵਿਦ ਦ ਸਨੋ ਥਰੂ ਆਊਟ ਦੀ ਈਅਰ। ਕਹਿੰਦੇ ਇਹਨਾਂ ਏਰੀਆ ਵਿੱਚ ਜ਼ਿਆਦਾਤਰ ਕੀ ਬਰਫ਼ ਨਾਲ ਢਕੇ ਰਹਿੰਦੇ ਨੇ। ਆਈਸੀ ਕੋਲਡ ਵਾਟਰ ਫਲੋ ਇਨ ਰੀਵਰ। ਕਹਿੰਦੇ ਜਿਹੜਾ ਆਈਸੀ ਕੋਲਡ ਬਰਫ਼ ਵਰਗਾ ਠੰਡਾ ਪਾਣੀ ਕੀ ਆ ਧਰਤੀਆਂ ਨਦੀਆਂ ਵਿੱਚ ਬਹਿੰਦਾ ਗਾ। ਅੰਡਰਨਾਥ ਦੀ ਸਨੋ ਉਹਦੇ ਉੱਪਰ ਕੀ ਬਰਫ਼ ਜੰਮੀ ਹੁੰਦੀ ਹੈ, ਸਨੋ ਹੁੰਦੀ ਹੈ ਜੰਮੀ। ਠੀਕ ਹੈ ਬੱਚੇ। ਦੇ ਕਲਾਈਮੇਟ ਇਜ਼ ਕੋਲਡ ਇਨ ਸਮਰ ਐਂਡ ਵੈਰੀ ਕੋਲਡ ਇਨ ਵਿੰਟਰ। ਕਹਿੰਦੇ ਜਿਵੇਂ ਆਪਣੀ ਗਰਮੀ ਹੁੰਦੀ ਆਪਾਂ ਨੂੰ ਗਰਮੀ ਫੀਲ ਹੁੰਦੀ, ਕਹਿੰਦੇ ਉੱਥੇ ਸਿਰਫ ਠੰਡਾ ਹੁੰਦਾ ਅਤੇ ਸਿਆਲਾਂ ਵਿੱਚ ਉੱਥੇ ਬੱਚੇ ਬਹੁਤ ਹੀ ਕੋਲਡ ਹੁੰਦਾ ਮੌਸਮ। ਠੀਕ ਹੈ। ਇਟਸ ਰੇਂਜ ਫਰੋਮ -37 ਡਿਗਰੀ ਸੈਲਸੀਅਸ ਟੂ 10 ਡਿਗਰੀ ਸੈਲਸੀਅਸ। ਇਸ ਟਾਈਮ ਬੱਚੇ ਆਪਣਾ ਟੈਂਪਰੇਚਰ ਕੱਲ੍ਹ ਸੀ 24 ਡਿਗਰੀ ਸੈਲਸੀਅਸ ਅਤੇ ਤੁਸੀਂ ਦੇਖੋ 10 ਡਿਗਰੀ ਸੈਲਸੀਅਸ 'ਤੇ ਆਪਣਾ ਟੈਂਪਰੇਚਰ ਠੰਡ 'ਤੇ ਜਾਂਦਾ ਹੁੰਦਾ ਨਾ 10 ਆਈ ਥਿੰਕ 12 'ਤੇ ਹੀ ਰਹਿ ਜਾਂਦਾ ਅਤੇ -13 ਮਾਈਨਸ ਦੇ ਵਿੱਚ ਜਾ ਕੇ ਤੁਸੀਂ ਦੇਖੋ ਕਿ ਬਰਫ਼ ਦੇ ਵਿੱਚ ਪਾਣੀ ਕਿਵੇਂ ਕੁਝ ਜੰਮਦਾ ਹੋਣਾ। ਠੀਕ ਹੈ। ਸਨਲਾਈਟ ਇਜ਼ ਵੈਰੀ ਲੈਸ ਐਂਡ ਰੇਨਫਾਲ ਇਜ਼ ਆਲਸੋ ਵੈਰੀ ਲੈਸ। ਸੂਰਜ ਦੀ ਰੋਸ਼ਨੀ ਅਤੇ ਵਰਖਾ ਮੀਂਹ ਬਹੁਤ ਹੀ ਘੱਟ ਹੁੰਦੀ ਆ। ਪ੍ਰੈਸੀਪੀਟੇਸ਼ਨ ਔਕਰ ਇਨ ਦੀ ਫਾਰਮ ਆਫ ਰੇਨਫਾਲ। ਕਹਿੰਦੇ ਜੇ ਕੁਛ ਉਹ ਪ੍ਰੈਸੀਪੀਟੇਸ਼ਨ ਮਤਲਬ ਕਿ ਤੁਪਕੇ ਵਗੈਰਾ ਵਾਟਰ ਪੇਪਰ ਬਣਦੇ ਨੇ ਤਾਂ ਕਿਹਦੀ ਫਾਰਮ 'ਚ ਬਣਦੇ ਨੇ ਜਸਟ ਓਨਲੀ ਆਫ ਇਨ ਦੀ ਫਾਰਮ ਆਫ rainfall. The animals living in the south polar regions are penguins, seals, fishes, whales, whereas in north polar region are polar bears, arctic foxes, birds, hare, jacks, reindeers, snow cows, snow owls etc। ਬੱਚੇ ਤਾਂ ਐਨੀਮਲਸ ਦੇ ਨਾਮ ਨੇ ਦੱਸਣ ਦੀ ਤੁਹਾਨੂੰ ਜ਼ਰੂਰਤ ਨਹੀਂ, ਤੁਸੀਂ ਕਾਫੀ ਇੰਟੈਲੀਜੈਂਟ ਬੱਚੇ ਹੋ। ਜਨਰਲ ਅਡਾਪਟੇਸ਼ਨ ਇਨ ਐਨੀਮਲਸ ਕਿਹੜੀਆਂ ਅਡਾਪਟੇਸ਼ਨ ਹੁੰਦੀਆਂ ਨੇ। ਕਹਿੰਦੇ ਜਿਹੜੇ ਹੁਣ ਆਪਣੇ ਪੋਲਰ ਬੀਅਰ ਹੁੰਦੇ ਕਹਿੰਦੇ ਉਹਨਾਂ ਦੇ ਮੋਟੇ ਫਰ ਹੁੰਦੇ ਨੇ ਤਾਂ ਉਹ ਫਰਾਂ ਨਾਲ ਕੀ ਹੁੰਦਾ ਕਿ ਉਹ ਆਪਦੇ ਅੰਦਰ ਠੰਡੀ ਹਵਾ ਨੂੰ ਨਹੀਂ ਜਾਣ ਦਿੰਦੇ। ਜਿਵੇਂ ਆਪਣੇ ਮੋਟੇ ਕੱਪੜੇ ਪਾਏ ਤਾਂ ਆਪਣੀ ਬਾਡੀ ਦੇ ਅੰਦਰ ਕੀ ਆ ਠੰਡੀ ਹਵਾ ਨਹੀਂ ਜਾ ਸਕਦੀ। ਠੀਕ ਹੈ। ਥਿਕ ਲੇਅਰ ਆਫ ਸਬਸਟੀਟਿਊਸ਼ਨ ਫੈਟ ਇਜ਼ ਕਾਲਡ ਬਬਲਰ ਟੂ ਕੀਪ ਦ ਬਾਡੀ ਵਾਰਮ ਐਂਡ ਫॉर ਸਪਲਾਈ ਆਫ ਐਨਰਜੀ ਫੂਡ ਇਜ਼ ਨੋਟ ਅਵੇਲੇਬਲ। ਕਹਿੰਦੇ ਜਿਹੜੀ ਉੱਥੇ ਇੱਕ ਮੋਟੀ ਲੇਅਰ ਚੜੀ ਹੁੰਦੀ ਇੱਕ ਮੋਟੀ ਸੜੀ ਮਤਲਬ ਕਾਫੀ ਮੋਟੇ ਹੁੰਦੇ ਨੇ ਜਾਨਵਰ ਪੋਲਰ ਬੀਅਰ ਵਗੈਰਾ ਵਰਗੇ ਤਾਂ ਕਹਿੰਦੇ ਇਹਦੇ ਵਿੱਚ ਕੀ ਹੁੰਦਾ ਹੈਗਾ ਕਿ ਉਹ ਕਿਉਂ ਹੁੰਦੀ ਹੈ ਤਾਂ ਜੋ ਉਹਦੀ ਬੋਡੀ ਨੂੰ ਕੀ ਬੱਚੇ ਗਰਮ ਰੱਖ ਸਕੇ ਅਤੇ ਉਹਨਾਂ ਨੂੰ ਐਨਰਜੀ ਮਤਲਬ ਜਦੋਂ ਉਹਨਾਂ ਕੋਲ ਖਾਣਾ ਵਗੈਰਾ ਨਹੀਂ ਹੁੰਦਾ ਅਤੇ ਉਸ ਜਿਹੜੀ ਉਹ ਫੈਟ ਹੁੰਦੀ ਹੈਗੀ। ਠੀਕ ਹੈ ਬੱਚੇ ਜਿਹੜੀ ਉਹਨਾਂ ਦੀ ਬਾਡੀ ਦੇ ਵਿੱਚ ਪਾਈ ਜਾਂਦੀ ਹੈਗੀ ਅਤੇ ਉਸ ਫੈਟ ਤੋਂ ਕੀ ਬੱਚੇ ਜਦੋਂ ਖਾਣਾ ਨਹੀਂ ਹੁੰਦਾ ਐਨਰਜੀ ਦੇ ਰੂਪ ਵਿੱਚ ਕੰਮ ਲੈਣ। ਫਿਨੋਮੀਨਾ ਆਫ ਮਾਈਗ੍ਰੇਸ਼ਨ ਥਰਡ ਪੁਆਇੰਟ ਦੇਖੋ ਸੀ ਪੁਆਇੰਟ। ਫਿਨੋਮੀਨਾ ਆਫ ਮਾਈਗ੍ਰੇਸ਼ਨ ਐਂਡ ਹਿਬਰੇਸ਼ਨ ਟੂ ਪ੍ਰੋਟੈਕਟ themselves is from serve cold। ਕਹਿੰਦੇ ਜਿਹੜਾ ਫਿਨੋਮੀਨਾ ਮਾਈਗ੍ਰੇਸ਼ਨ ਇੱਕ ਥਾਂ ਤੋਂ ਦੂਜੀ ਥਾਂ 'ਤੇ ਜਾਣਾ ਜਾਂ ਹਿਬਰੇਸ਼ਨ ਵਗੈਰਾ ਕਹਿੰਦੇ ਉਹ ਕਿਉਂ ਕਰਦੇ ਨੇ ਤਾਂ ਜੋ ਆਪਣੇ ਆਪ ਨੂੰ ਠੰਡ ਤੋਂ ਬਚਾ ਸਕਣ ਜੋ ਕਿ ਇੰਨੀ ਠੰਡ ਪੈਂਦੀ ਆ। ਡੀ ਪੁਆਇੰਟ ਦੇਖੋ ਵੈਬਡ ਐਂਡ ਬਰੋਡ ਫੀਟ ਟੂ ਸਵਿਮ ਐਂਡ ਵਾਕ ਔਨ ਪੈਕਡ ਆਈਸ। ਕਹਿੰਦੇ ਉਹਨਾਂ ਦੇ ਮਤਲਬ ਜਿਹੜੇ ਪੈਰ ਵਗੈਰਾ ਹੁੰਦੇ ਨੇ ਉਹ ਵੈਬਡ ਹੁੰਦੇ ਨੇ, ਚੌੜੇ ਹੁੰਦੇ, ਬਰੋਡ ਹੁੰਦੇ ਨੇ ਤਾਂ ਜੋ ਕਿ ਬੱਚੇ ਉਹ ਤੈਰ ਵੀ ਸਕਦੇ ਅਤੇ ਬਰਫ਼ ਦੇ ਉੱਪਰ ਕੀ ਬੱਚੇ ਈਜ਼ਲੀ ਵਾਕ ਕਰ ਸਕਣ। ਠੀਕ ਹੈ।
वाइट और ब्राउन कलर ऑफ कैमोफ्लैग बाय द प्रोडक्टर एंड प्रेयर्स। कहते जो उन्होंने जंग का रंग होंगे तो ब्लैक ब्राउन होंगे या वाइट होंगे जो कि आ उन्होंने रंग बच्चे वाइट होवे तो बर्फ के नाल मिल जाता तो वो जो उन्होंने शिकार करने वाले जानवर होंगे ने तो धोखा खा जाते हैं, मतलब एक तरह आपके आप बचाने लिए भी एक नेचर ने उन्होंने कि वाइट कलर दिता होगा। नैक्सट देखो बच्चे अडेप्टेशन इन पोलर बीयर। बॉडी पॉसेस फर्स्ट पॉइंट देखो बॉडी पॉसेस टू थिक लेयर ऑफ फर। कहते जी बॉडी वो तरह दो मोटिया लेयर होंगे फर दियाँ, कहते एक तो खाली होंगे तो जी खाली होंगी वो बच्चे एयर को ट्रैप करके रखती अंदर नहीं आने देंदी, ठीक है, वो एयर को अंदर आने नहीं देंदी। इसका मतलब कि इंसुलेटर के वजह काम करती है तो बॉडी को क्या बच्चे गर्म रखती है। सैकेंड पॉइंट देखो प्रेजेंस ऑफ थिक लेयर ऑफ सबसिक्वेंसेस फैट विच एक्ट एज इंसुलेटर। बच्चे पीछे पढ़ के आए आप मैं तुहानू समझाता सी पॉइंट। थर्ड पॉइंट देखो दे हैव वाइड एंड लार्ज पाम विच रिमेन कवर्ड विद फर। कहते इन्हें जो पैर होंगे ने ना चौड़े होंगे तो काफ़ी बड़े साइज बड़े होंगे ने तो इन्हों के उपर भी बच्चे फर लगे होंगे ने तो जो ईजली की बच्चे बर्फ के चल सकते होंगे ने। ये भी पिछे पॉइंट पढ़ के आए हैं। फोर्थ पॉइंट देखो पाज आल्सो हैल्प द बीयर टू स्विम इन वाटर। कहते जो पैर वगैरह पा होंगे ने कहते इन्हों की हैल्प में पानी में भी तैर सकते हैं तो काफ़ी टाइम तक पानी में भी खड़े रह सकते हैं क्योंकि जो इन्होंने नक वगैरह बंद होंगे ने। दे कैच फिशेज व्हील स्विमिंग। कहते इतने तक कि मच्छियों का शिकार कर सकते हैं जो ये तैरते हैं। ड्यूरिंग विंटर वैन फूड इज़ नॉट अवेलेबल। जो ठंड होंगी है तो खाना अवेलेबल नहीं होंगे तो कहते कि उस टाइम कहते ठंड बहुत होंगी खाना नहीं मिलता तो कहते उस टाइम कि अपने खुड्डा मतलब कि डैन जिते शेर वगैरह रहना ना आप मैं गुफावां हाँ उस गुफावां दे विच चले जाते हैं तो उत्थे जो अपनी बॉडी के स्टोर फूड अपनी बॉडी के फैट के रूप में जो खाना स्टोर किया उत्थों एनर्जी लेंदे ने तो इस चीज़ में आप हिब्रेशन का नाम दिता है। कहते जो पोलर बीयर होंगे ने उन्होंने फर की वाइट फर होंगे ने, ठीक है, सो डैट दे आर नॉट ईजली टू विजिबल। कहते करके अपने शिकारियों को ईजली नहीं दिखते क्योंकि इनका बर्फ का रंग भी वाइट होंगे तो इन्हों का करके कि ईजली शिकार वगैरह नहीं पकड़ पाता। नैक्सट देखो दे हैव स्ट्रोंग सेंस ऑफ स्मैल विच हैव देम टू कैचिंग द प्रे। कहते इन्हों की जी सेंस होंगी है स्मैलिंग की सुंघन की बहुत ही ज़्यादा तेज होंगी जिसके करके कि आपके शिकार को बड़ी ईजली कि बच्चे कैच कर लेंगे। नैक्सट है बच्चे अडेप्टेशन इन पीगन्स।